सब्सक्राइब कीजिए सर्व संध्या दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता। और हुण तीसरा सूत्र बड़ा समझण वाला है, क्योंकि इस सूत्र ने साडी जिंदगी बदल दी। बड़ा समझण वाला सूत्र है। मालिक अपने ये तीसरे सूत्र च दसदे है कि तुम्हारे शब्दों में बड़ी ताकत है। किहड़े शब्द जिहड़े तुहाडे मूंह चों निकलदे है? मालिक कहंदे तुम्हारे शब्दों में बड़ी ताकत है। एक छोटी सी हां या ना तुम्हारी जिंदगी बदल सकती है। जरा समझना, एक छोटी जी हां या छोटी जी ना तुहाडी पूरी जिंदगी बदल सकती है। ਹੁਣ ਕਈ ਵਾਰ ਤੁਸੀਂ ਦੇਖਦੇ ਹੋ ਨਾ, ਇੱਕ ਬੰਦਾ ਕਹਿੰਦਾ ਨਸ਼ਾ ਕਰਨਾ, ਹਾਂ ਕਰਨਾ, ਉਹ ਤੁਹਾਡੀ ਹਾਂ ਹੀ ਤੁਹਾਡੀ ਜ਼ਿੰਦਗੀ ਨੂੰ ਕਿੱਥੇ ਲੈ ਜਾਂਦੀ ਹੈ। ਬੰਦਾ ਕਹਿੰਦਾ ਨਹੀਂ ਮੈਂ ਨਹੀਂ ਨਸ਼ਾ ਕਰਨਾ, ਨਾ ਕਰ ਦਿੰਦਾ ਹੈ ਤਾਂ ਤੁਹਾਡੀ ਜ਼ਿੰਦਗੀ ਬਚ ਜਾਂਦੀ ਹੈ। ਨਹੀਂ ਤਾਂ ਕਈ ਜਗ੍ਹਾ ਤੁਸੀਂ ਦੇਖੋ, ਕਈ ਜਗ੍ਹਾ ਇਦਾਂ ਦੀ ਸਿਚੁਏਸ਼ਨ ਹੁੰਦੀ ਕਿ ਬੰਦਾ ਹਾਂ ਕਰ ਦੇਵੇ ਤਾਂ ਫਸ ਜਾਂਦਾ ਹੈ, ਨਾ ਕਰ ਦੇਵੇ ਤਾਂ ਬਚ ਜਾਂਦਾ ਹੈ। ਜਾਂ ਕਈ ਜਗ੍ਹਾ ਬੰਦਾ ਨਾ ਕਰ ਦੇਵੇ ਤਾਂ ਫਸ ਜਾਂਦਾ ਹੈ, ਹਾਂ ਕਰ ਦੇਵੇ ਤਾਂ ਬਚ ਜਾਂਦਾ ਹੈ। ਕਿਉਂਕਿ ਇੱਕ ਛੋਟੀ ਜਿਹੀ ਹਾਂ ਜਾਂ ਨਾ ਹੀ ਇਨਸਾਨ ਦੀ ਪੂਰੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਇਸ ਲਈ मालिक कहते जे कि छोटी जी हाँ या ना तुहाडा जीवन बदल सकती है। तो फिर जरा सोचो, तुहाडे बड़े बड़े बोल जो जुबान तो निकलते हैं, फिर ओदा असर तुहाडे जीवन ते की होएगा। हुण इहनूं भी थोड़ा गहराई ना समझण वास्ते कि छोटी जी कहानी दसांगे, फिर उस तों गल क्लीयर हो जाएगी। क्योंकि साडी कोशिश हुंदी हर गल नूं क्लीयर कीता जावे ताकि साडे दिलो दिमाग 'च बह जावे कि एक छोटी जी हाँ, जिद्दां हुण असीं तुहानूं पुछीए ਕੀ ਤੁਹਾਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੈ? ਜੇ ਤੁਸੀਂ ਕਹਿੰਦੇ ਹੋ ਹਾਂ ਹੈ, ਤਾਂ ਫਿਰ ਤੁਹਾਡਾ ਇਹ ਹਾਂ ਇੱਕ ਛੋਟਾ ਜਿਹਾ ਸ਼ਬਦ ਹਾਂ, ਮੈਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੈ, ਹਾਂ ਮੈਨੂੰ ਆਪਣੇ ਮਾਲਿਕ ਨਾਲ ਪਿਆਰ ਹੈ, ਤੁਹਾਡੀ ਸਹੀ ਜਗ੍ਹਾ ਬੋਲੀ ਗਈ ਹਾਂ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਹੈ। ਤਾਂ ਜੇ ਤੁਸੀਂ ਕਹੋ ਨਹੀਂ ਮੈਨੂੰ ਵਿਸ਼ਵਾਸ ਹੈ ਨਹੀਂ, ਨਹੀਂ ਮੈਨੂੰ ਮਾਲਿਕ ਨਾਲ ਪਿਆਰ ਹੈ ਨਹੀਂ, ਮੈਨੂੰ ਆਪਣੇ ਰੱਬ ਨਾਲ ਪਿਆਰ ਹੈ ਨਹੀਂ, ਮੈਨੂੰ ਉਹ ਖੁਦਾ ਅੱਲਾ ਵਾਹਿਗੁਰੂ ਰਾਮ ਤੇ ਵਿਸ਼ਵਾਸ ਹੈ ਨਹੀਂ, ਤਾਂ ਇੱਥੇ ਤੁਹਾਡੀ ਇੱਕ ਛੋਟੀ ਜਿਹੀ ਨਾ ਹੀ ਤੁਹਾਡੇ ਜੀਵਨ ਨੂੰ ਦੁੱਖਾਂ ਨਾਲ ਭਰ ਦਿੰਦੀ ਹੈ। ਜਰਾ ਸੋਚੋ, ਜ਼ਿੰਦਗੀ ਬਦਲ ਗਈ ਕਿ ਨਹੀਂ? ਵਿਸ਼ਵਾਸ ਦੀ ਹਾਂ ਸਾਨੂੰ ਕਿੱਥੇ ਲੈ ਜਾਂਦੀ ਹੈ? ਤਾਂ ਜੇ ਨਾ ਕਰਦੀ ਹੈ ਮੈਨੂੰ ਹੈ ਨਹੀਂ ਵਿਸ਼ਵਾਸ, ਤਾਂ ਫਿਰ ਗੱਲ ਕਿੱਥੇ ਚਲੀ ਜਾਂਦੀ ਹੈ? ਹੁਣ ਸਮਝ ਲਓ, ਇਹਨੂੰ ਦੁਨਿਆਵੀ ਤੌਰ ਤੇ ਇਦਾਂ ਵੀ ਸਮਝ ਸਕਦੇ ਹਾਂ। ਇੱਕ ਲੜਕਾ ਲੜਕੀ ਨੂੰ ਕਹਿੰਦਾ ਹੈ, ਪਰਿਵਾਰ ਦੇ ਲੋਕ ਇੱਕ ਦੂਜੇ ਦੇ ਸਾਹਮਣੇ ਖੜੇ ਕਰ ਦਿੰਦੇ ਹੈ ਕਿ ਲਓ ਵੀ ਤੁਹਾਡੀ ਸ਼ਾਦੀ ਕਰਨੀ ਹੈ। ਲੜਕਾ ਲੜਕੀ ਨੂੰ ਪੁੱਛਦਾ ਕਿੱਦਾਂ, ਤੂੰ ਮੈਨੂੰ ਪਸੰਦ ਕਰਦੀ ਹੈ? ਤਾਂ ਜੇ ਹੁਣ ਲੜਕੀ ਕਹਦੇ ਵੀ ਹਾਂ ਕਰਦੀ ਹੈ, ਤਾਂ ਦੇਖੋ ਉਹਨਾਂ ਦੀ ਜ਼ਿੰਦਗੀ ਕਿੱਧਰ ਚਲੀ ਜਾਂਦੀ ਹੈ। ਤੇ ਜੇ ਕਹਿੰਦੇ ਨਹੀਂ ਮੈਂ ਨਹੀਂ ਕਰਦੀ, ਤਾਂ ਦੋਨਾਂ ਦੀ ਜ਼ਿੰਦਗੀ ਅਲੱਗ ਹੋ ਜਾਂਦੀ ਹੈ। ਹਾਂ ਔਰ ਨਾ ਜ਼ਿੰਦਗੀ ਨੂੰ ਬਦਲ ਦਿੰਦੇ ਆ। ਇਹ ਮਿਸਾਲ ਦਿੱਤੀ ਇੱਕ, ਪਰ ਇਹਨੂੰ ਹੋਰ ਬਰੀਕੀ ਨਾਲ ਸਮਝੀਏ ਉਹਦੇ ਵਾਸਤੇ ਅਸੀਂ ਕਹਾਣੀ ਸੁਣਾਵਾਂਗੇ। ਕਿਉਂਕਿ ਕਹਾਣੀ ਤੋਂ ਤੁਸੀਂ ਜਲਦੀ ਸਮਝਦੇ ਹੋ, ਕਿਉਂਕਿ ਹਰ ਇੱਕ ਦੇ ਅੰਦਰ ਛੋਟਾ ਜਿਹਾ ਬੱਚਾ ਹਾਲੇ ਵੀ ਮੌਜੂਦ ਹੈ ਜਿਹੜਾ ਕਹਾਣੀ ਸੁਣ ਕੇ ਖੁਸ਼ ਹੁੰਦਾ ਹੈ। ਸੁਣਾ ਦਈਏ ਕਹਾਣੀ ਕਿ ਇੱਕ ਵਾਰ ਇੱਕ ਬੰਜਾਰਿਆਂ ਦੀ ਟੋਲੀ, ਬੰਜਾਰਿਆਂ ਦਾ ਮਤਲਬ ਸਮਝਦੇ ਨੇ ਜਿਹੜੇ ਜਗ੍ਹਾ ਜਗ੍ਹਾ ਘੁੰਮਦੇ ਫਿਰਦੇ ਆ। ਇੱਕ ਬੰਜਾਰਿਆਂ ਦੀ ਟੋਲੀ ਯਾਤਰਾ ਕਰਦੀ ਕਰਦੀ ਇੱਕ ਜੰਗਲ 'ਚ ਪਹੁੰਚੇ। ਉਹ ਜੰਗਲ ਦੇ ਅੰਦਰ ਇੱਕ ਫਕੀਰ ਦੀ ਕੁਟੀਆ ਸੀ। ਹੁਣ ਜਦੋਂ ਯਾਤਰਾ ਕਰਦੇ ਕਰਦੇ ਉਹ ਉਸ ਫਕੀਰ ਦੀ ਕੁਟੀਆ ਕੁੱਲੀ ਦੇ ਕੋਲ ਦੀ ਲੰਘੇ, ਤਾਂ ਦੇਖਿਆ ਫਕੀਰ ਪੇੜ ਦੇ ਥੱਲੇ ਬੈਠੇ ਆ ਔਰ ਆਪਣੇ ਰੱਬ ਦੀ ਬੰਦਗੀ ਕਰ ਰਹੇ ਆ। ਜੋ ਬੰਜਾਰਿਆਂ ਦਾ ਸਰਦਾਰ ਸੀ, ਮੁਖੀਆ ਸੀ, ਉਹਦੀ ਨਜ਼ਰ ਜਦੋਂ ਫਕੀਰਾਂ ਤੇ ਗਈ ਤਾਂ ਉਹਨਾਂ ਆਪਣੇ ਸਾਥੀਆਂ ਨੂੰ ਕਿਹਾ, ਦੇਖੋ ਹੁਣ ਸ਼ਾਮ ਹੋਣ ਵਾਲੀ ਹੈ, ਅੱਗੇ ਜੰਗਲ ਇੰਨਾ ਖਤਰਨਾਕ ਹੈ, ਇੱਥੇ ਇੱਕ ਫਕੀਰ ਦੀ ਕੁੱਲੀ ਹੈ, ਕਿਉਂ ਨਾ ਅੱਜ ਦੀ ਰਾਤ ਅਸੀਂ ਆ ਫਕੀਰ ਦੇ ਕੋਲ ਹੀ ਤੰਬੂ ਲਾ ਲਈਏ। ਕਿਉਂਕਿ ਬੰਜਾਰਿਆਂ ਕੋਲ ਤੰਬੂ ਹੁੰਦੇ, ਜਿੱਥੇ ਰਹਿਣਾ ਸੀ ਤੰਬੂ ਲਾ ਲੈਂਦੇ ਸੀ। ਅੱਜ ਇੱਥੇ ਰੁਕਦੇ ਆ, ਨਾਲੇ ਤਾਂ ਫਕੀਰ ਦੀਆਂ ਗੱਲਾਂ ਸੁਣਾਂਗੇ, ਫਕੀਰ ਦੀ ਸੋਹਤ 'ਚ ਬੈਠਾਂਗੇ, ਤਾਂ ਨਾਲੇ ਅੱਜ ਦੀ ਰਾਤ ਇੱਥੇ ਆਰਾਮ ਕਰਕੇ ਸਵੇਰ ਨੂੰ ਇੱਥੋਂ ਆਪਣੀ ਯਾਤਰਾ ਤੇ ਅੱਗੇ ਨਿਕਲ ਜਾਵਾਂਗੇ। ਹੁਣ ਜਿੱਦਾਂ ਸਰਦਾਰ ਨੇ ਕਿਹਾ, ਮੁਖੀਏ ਨੇ ਕਿਹਾ, ਬਾਕੀ ਸਾਰਿਆਂ ਨੇ ਗੱਲ ਮੰਨੀ ਔਰ ਗੱਡ ਲਏ ਤੰਬੂ। ਉੱਥੇ ਤੰਬੂ ਲੱਗ ਗਏ। ਇੱਧਰ ਫਕੀਰ ਜਿੰਨੀ ਦੇਰ ਬੰਦਗੀ ਤੇ ਬਹਿਣਾ ਸੀ ਬੈਠੇ, ਜਦੋਂ ਅੱਖਾਂ ਖੋਲੀਆਂ ਦੇਖਿਆ ਸਾਹਮਣੇ ਬੰਜਾਰਿਆਂ ਨੇ ਆਪਣੇ ਤੰਬੂ ਲਾਏ ਹੋਏ ਹੈ ਔਰ ਕਾਫੀ ਬੰਜਾਰੇ ਹੈ, ਔਰਤਾਂ ਹੈ, ਬੱਚੇ ਹੈ, ਬਜ਼ੁਰਗ ਹੈ, ਜਿਹੜੇ ਸਾਹਮਣੇ ਆਪਣਾ ਕੰਮ ਕਰ ਰਹੇ ਹੈ। ਜਦੋਂ ਇੱਧਰ ਬੰਜਾਰਿਆਂ ਦੇ ਮੁਖੀਏ ਨੇ ਦੇਖਿਆ ਕਿ ਫਕੀਰ ਉੱਠ ਗਏ ਹੈ, ਇਹ ਆਪਣੇ ਕੁਝ ਸਾਥੀਆਂ ਨਾਲ ਫਕੀਰਾਂ ਦੇ ਕੋਲ ਆਇਆ। ਆ ਕੇ ਫਕੀਰਾਂ ਨੂੰ ਹਾਲ ਚਾਲ ਪੁੱਛਿਆ। ਫਕੀਰਾਂ ਨੇ
ਉਹਨਾਂ ਦਾ ਹਾਲ ਚਾਲ ਪੁੱਛਿਆ। ਫਿਰ ਜਦੋਂ ਬੈਠੇ ਤਾਂ ਬੈਠੇ ਬੈਠੇ ਬੰਜਾਰਿਆਂ ਦੇ ਮੁਖੀਏ ਨੇ ਫਕੀਰਾਂ ਨੂੰ ਕੀ ਕਿਹਾ? ਕਹਿੰਦਾ ਮਹਾਰਾਜ ਤੁਸੀਂ ਜਿਸ ਰੱਬ ਦੀ ਭਗਤੀ ਕਰਦੇ ਹੋ, ਜਿਸ ਰੱਬ ਦੀ ਬੰਦਗੀ ਕਰਦੇ ਹੋ, ਸਾਨੂੰ ਕਈ ਵਾਰ ਉਹ ਰੱਬ ਨਾਲ ਬੜੀ ਸ਼ਿਕਾਇਤ ਹੁੰਦੀ ਹੈ। ਸ਼ਿਕਾਇਤ ਕੀ ਹੁੰਦੀ ਹੈ ਕਿ ਰੱਬ ਨੇ ਸਾਨੂੰ ਬੰਜਾਰੇ ਕਿਉਂ ਬਣਾਇਆ, ਰੱਬ ਨੇ ਸਾਨੂੰ ਐਸੀ ਜ਼ਿੰਦਗੀ ਕਿਉਂ ਦਿੱਤੀ ਕਿ ਦਰ ਦਰ ਸਾਨੂੰ ਭਟਕਣਾ ਪੈਂਦਾ ਹੈ। ਕਾਸ਼ ਰੱਬ ਸਾਨੂੰ ਵੀ ਇੰਨੀ ਕੁ ਦੌਲਤ ਦੇ ਦਿੰਦਾ, ਇੰਨਾ ਕੁ ਧਨ ਦੇ ਦਿੰਦਾ ਕਿ ਅਸੀਂ ਵੀ ਆਪਣਾ ਮਕਾਨ, ਆਪਣਾ ਘਰ ਬਣਾ ਕੇ ਇੱਕ ਜਗ੍ਹਾ ਬੈਠ ਕੇ ਆਪਣੀ ਜ਼ਿੰਦਗੀ ਆਰਾਮ ਨਾਲ ਗੁਜ਼ਾਰ ਪਾਉਂਦੇ। ਦੇਖੋ ਰੱਬ ਨੇ ਸਾਨੂੰ ਕਿੱਦਾਂ ਦੀ ਜ਼ਿੰਦਗੀ ਦਿੱਤੀ ਹੈ। ਤਾਂ ਉਸ ਵੇਲੇ ਫਕੀਰ ਨੇ ਕਿਹਾ ਬੰਜਾਰਿਆਂ ਦੇ ਮੁਖੀਏ ਨੂੰ ਕਿ ਮੁਖੀਆ ਜੀ ਰੱਬ ਨੂੰ ਦੋਸ਼ ਨਾ ਦਿਓ, ਕਿਉਂਕਿ ਰੱਬ ਤਾਂ ਸਭ ਨੂੰ ਮੌਕਾ ਦਿੰਦਾ ਹੈ, ਪਰ ਇਨਸਾਨ ਨੂੰ ਹੀ ਮੌਕਾ ਸੰਭਾਲਣਾ ਨਹੀਂ ਆਉਂਦਾ। ਹੁਣ ਤੁਸੀਂ ਵੀ ਜਿੰਨੇ ਜੀ ਬੈਠੇ ਹੋ ਨਾ, ਜੇ ਸੋਚੋ ਮੇਰੇ ਜੀਵਨ 'ਚ ਇੰਨੇ ਦੁੱਖ ਕਿਉਂ ਹੈ, ਮੇਰੇ ਘਰ 'ਚ ਬਰਕਤ ਹੈ ਨਹੀਂ, ਗਰੀਬੀ ਕਿਉਂ ਹੈ, ਤੰਗੀਆਂ ਕਿਉਂ ਹੈ, ਰੱਬ ਨੇ ਮੈਨੂੰ ਇਦਾਂ ਦੀ ਜ਼ਿੰਦਗੀ ਕਿਉਂ ਦਿੱਤੀ, ਤਾਂ ਯਾਦ ਰੱਖੋ ਰੱਬ ਜ਼ਿੰਦਗੀ ਦੇ ਕੇ ਸਭ ਨੂੰ ਮੌਕਾ ਦਿੰਦਾ ਹੈ, ਪਰ ਇਹ ਹੁਣ ਸਾਡੇ ਤੇ ਹੈ ਕਿ ਅਸੀਂ ਉਹਦੇ ਦਿੱਤੇ ਮੌਕੇ ਨੂੰ ਸੰਭਾਲ ਲੈਂਦੇ ਆ ਜਾਂ ਉਹਦੇ ਦਿੱਤੇ ਮੌਕੇ ਨੂੰ ਗਵਾ ਦਿੰਦੇ ਆ। ਜ਼ਰਾ ਗੌਰ ਕਰੋ, ਸਮਝ ਲੈਣਾ ਸਾਰਿਆਂ ਨੇ। ਕਿਉਂਕਿ ਜੇ ਅਸੀਂ ਗੁਰੂਆਂ, ਰਹਿਬਰਾਂ, ਸੰਤਾਂ, ਮਹਾਪੁਰਸ਼ਾਂ ਦੀ ਗੱਲ ਕਰੀਏ ਜਾਂ ਅਸੀਂ ਗੱਲ ਕਰੀਏ ਉਹ ਅਰਬਾਂ ਕਰੋੜਾਂ ਪਤੀਆਂ ਦੀ, ਜਿਹੜੇ ਅੱਜ ਅਮੀਰ ਜਿਹਨੂੰ ਕਹਿੰਦੇ ਵਿਸ਼ਵ ਦੇ ਧਨੀ, ਤਾਂ ਜਦੋਂ ਦੁਨੀਆ ਤੇ ਆਏ ਤਾਂ ਸਾਰੇ ਹੀ ਜਨਮ ਤਾਂ ਸਾਰਿਆਂ ਨੇ ਮਾਂ ਦੀ ਕੋਖ 'ਚੋਂ ਉਦਾਂ ਦਾ ਹੀ ਲਿਆ, ਪਰ ਫਿਰ ਜਿੱਦਾਂ ਦੇ ਉਹ ਕਰਮ ਕਰਦੇ ਚਲੇ ਗਏ ਉਦਾਂ ਦੀ ਪਦਵੀ ਉਹਨਾਂ ਨੂੰ ਮਿਲ ਗਈ। ਰੱਬ ਕਹਿੰਦਾ ਮੈਂ ਤਾਂ ਸਭ ਨੂੰ ਮੌਕਾ ਦਿੰਦਾ ਹਾਂ। ਉਹਨੇ ਜ਼ਿੰਦਗੀ ਰੂਪੀ, ਜੀਵਨ ਰੂਪੀ ਮੌਕਾ ਸਾਨੂੰ ਸਾਰਿਆਂ ਨੂੰ ਦਿੱਤਾ ਹੈ। ਹੁਣ ਅਸੀਂ ਅੱਛਾ ਕਰਕੇ, ਮਿਹਨਤ ਕਰਕੇ, ਆਪਣੇ ਰੱਬ ਤੇ ਵਿਸ਼ਵਾਸ ਕਰਕੇ ਜੀਵਨ ਨੂੰ ਅੱਛਾ ਵੀ ਬਣਾ ਸਕਦੇ ਹਾਂ, ਤੇ ਅਸੀਂ ਬੁਰੀ ਸੰਗਤ 'ਚ ਬਹਿ ਕੇ, ਬੁਰੇ ਕਰਮ ਕਰਕੇ, ਬੁਰੀ ਸੋਬਤ ਵਿੱਚ ਬਹਿ ਕੇ, ਬੁਰੇ ਮਾਰਗ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਬਰਬਾਦ ਵੀ ਕਰ ਸਕਦੇ ਹਾਂ। ਜ਼ਰਾ ਸਮਝਣਾ। ਹੁਣ ਜਦੋਂ ਫਕੀਰਾਂ ਨੇ ਕਿਹਾ ਕਿ ਰੱਬ ਨੂੰ ਦੋਸ਼ ਨਾ ਦਿਓ, ਉਹ ਮੌਕਾ ਸਭ ਨੂੰ ਦਿੰਦਾ ਹੈ, ਪਰ ਕਈ ਉਹਨੂੰ ਸੰਭਾਲ ਲੈਂਦੇ ਆ, ਉਹ ਸਭ ਕੁਝ ਲੈ ਜਾਂਦੇ ਆ, ਤਾਂ ਕਈ ਉਹ ਮੌਕੇ ਨੂੰ ਗਵਾ ਦਿੰਦੇ ਆ, ਉਹ ਖਾਲੀ ਰਹਿ ਜਾਂਦੇ ਆ। ਤਾਂ ਮੁਖੀਏ ਨੇ ਹੱਸ ਕੇ ਕਿਹਾ ਕਿ ਐ ਫਕੀਰ ਮੈਂ ਤੇਰੀ ਇਹ ਗੱਲ ਨਾਲ ਸਹਿਮਤ ਨਹੀਂ ਆ, ਕਿਉਂਕਿ ਹੋਰ ਰੱਬ ਨੇ ਹੋਰ ਸਾਰਿਆਂ ਨੂੰ ਮੌਕਾ ਦਿੱਤਾ ਹੋਏਗਾ, ਪਰ ਸਾਨੂੰ ਤਾਂ ਕਦੀ ਦਿੱਤਾ ਹੀ ਨਹੀਂ। ਰੱਬ ਨੇ ਕਦੀ ਸਾਨੂੰ ਮੌਕਾ ਦਿੱਤਾ ਹੀ ਨਹੀਂ, ਕਿਉਂਕਿ ਮੈਨੂੰ ਤਾਂ ਲੱਗਦਾ ਨਹੀਂ ਕਦੀ ਮੌਕਾ ਰੱਬ ਨੇ ਦਿੱਤਾ ਹੋਵੇ ਤਾਂ ਮੈਂ ਉਹ ਮੌਕਾ ਗਵਾਇਆ ਹੋਵੇ। ਜੇ ਮੈਨੂੰ ਰੱਬ ਮੌਕਾ ਦਿੰਦਾ ਜਾਂ ਮੇਰੇ ਸਾਥੀਆਂ ਨੂੰ ਮੌਕਾ ਦਿੰਦਾ ਤਾਂ ਅਸੀਂ ਜ਼ਰੂਰ ਸੰਭਾਲਣਾ ਸੀ। ਇਸ ਲਈ ਦੁਨੀਆ ਨੂੰ ਮੌਕੇ ਦਿੱਤੇ ਹੋਣਗੇ, ਪਰ ਰੱਬ ਨੇ ਸਾਨੂੰ ਮੌਕਾ ਨਹੀਂ ਦਿੱਤਾ, ਤਾਂ ਹੀ ਤਾਂ ਦਰ ਦਰ ਭਟਕਦੇ ਫਿਰਦੇ ਆ। ਫਕੀਰ ਕਹਿੰਦੇ ਜੇ ਇਹ ਗੱਲ ਆ ਤਾਂ ਮੈਂ ਹੁਣੇ ਹੀ ਆਪਣੇ ਰੱਬ ਨੂੰ ਪੁੱਛਦਾ ਹਾਂ, ਕਿਉਂਕਿ ਪ੍ਰੇਮ ਹੁੰਦਾ ਹੈ ਫਕੀਰਾਂ ਦਾ ਆਪਣੇ ਰੱਬ ਦੇ ਨਾਲ, ਆਪਣੇ ਮਾਲਿਕ ਦੇ ਨਾਲ। ਜਦੋਂ ਬਹਿ ਜਾਂਦੇ ਤਾਂ ਤਾਰ ਨੂੰ ਜੋੜ ਦਿੰਦੇ ਆ, ਕਿਉਂਕਿ ਇਹ ਫਕੀਰ ਉਹ ਤਾਕਤ ਹੈ ਜਿਹੜੇ ਬੈਠੇ ਜ਼ਮੀਨ ਤੇ ਹੁੰਦੇ ਆ, ਪਰ ਤਾਰਾਂ ਇਹਨਾਂ ਦੀਆਂ ਅਰਸ਼ਾਂ 'ਚ ਜੁੜੀਆਂ ਹੁੰਦੀਆਂ ਆਪਣੇ ਮਾਲਿਕ ਦੇ ਨਾਲ। ਉਹ ਤਾਕਤ ਹੁੰਦੇ ਆ ਫਕੀਰ। ਤਾਂ ਹੀ ਤਾਂ ਕਹਿੰਦੇ ਫਕੀਰ ਤੱਕ ਜਿਹੜੀ ਗੱਲ ਪਹੁੰਚ ਜਾਂਦੀ ਹੈ ਉਹ ਰੱਬ ਦੇ ਘਰ ਤੱਕ ਪਹੁੰਚ ਜਾਂਦੀ ਹੈ, ਕਿਉਂਕਿ ਨਾ ਸਮਝੀ ਰੱਬ ਤੋਂ ਜੁਦਾ ਫਕਰ, ਫਕਰ ਰੂਪ ਹੁੰਦੇ ਉਸ ਰੱਬ ਦਾ ਏ। ਇਸ ਲਈ ਕਹਿੰਦੇ ਕਦੀ ਰੱਬ ਔਰ ਫਕੀਰਾਂ ਨੂੰ ਜੁਦਾ ਨਾ ਸਮਝੀਏ, ਉਹਦਾ ਹੀ ਰੂਪ ਹੈ। ਔਰ ਅਸੀਂ ਤੁਹਾਨੂੰ ਵੀ ਕਹਾਂਗੇ ਤੁਸੀਂ ਵੀ ਉਹਦਾ ਹੀ ਰੂਪ ਹੋ, ਪਰ ਹਾਲੇ ਤੱਕ ਤੁਹਾਡੀ ਤਾਰ, ਤੁਹਾਡੀ ਸੁਰਤੀ ਉੱਥੇ ਤੱਕ ਜੁੜੀ ਨਹੀਂ ਹੈ ਕਿ ਤੁਹਾਨੂੰ ਸਮਝ ਆਵੇ ਕਿ ਮੇਰੇ ਅੰਦਰ ਬੈਠਾ ਉਹ ਕਿਹੜੀਆਂ ਖੇਡਾਂ ਖੇਡ ਰਿਹਾ ਹੈ। ਫਕੀਰਾਂ ਨੇ ਤਾਰ ਜੋੜੀ, ਸਮਝ ਲਿਆ ਕਿ ਉਹੀ ਤਾਂ ਹੈ, ਉਹ ਆਨੰਦ ਲੈ ਰਹੇ ਹੈ, ਤਾਂ ਬੰਦੇ ਅੰਦਰ ਵੀ ਉਹ ਹੈ, ਪਰ ਹਾਲੇ ਤੱਕ ਬੰਦੇ ਨੇ ਉਹਨੂੰ ਜਾਣਿਆ ਹੀ ਨਹੀਂ, ਇਸ ਲਈ ਬੰਦਾ ਉਹਦਾ ਲਾਭ ਨਹੀਂ ਲੈ ਰਿਹਾ। ਹੁਣ ਫਕੀਰਾਂ ਨੇ ਅੱਖਾਂ ਬੰਦ ਕੀਤੀਆਂ, ਸੁਰਤੀ ਰੱਬ ਨਾਲ ਜੋੜੀ। ਜਦੋਂ ਰੱਬ ਨਾਲ ਸੁਰਤੀ ਜੋੜੀ ਕਿ ਐ ਰੱਬਾ ਅੱਜ ਇਹ ਬੰਜਾਰਿਆਂ ਦਾ ਮੁਖੀਆ ਕਹਿ ਰਿਹਾ ਹੈ ਕਿ ਤੂੰ ਸਭ ਨੂੰ ਮੌਕਾ ਦਿੱਤਾ ਪਰ ਸਾਨੂੰ ਮੌਕਾ ਨਹੀਂ ਦਿੱਤਾ, ਕੀ ਰੱਬਾ ਸੱਚੀ ਗੱਲ ਹੈ? ਤਾਂ ਉਸ ਲਈ ਰੱਬ ਦੀ ਆਕਾਸ਼ਵਾਣੀ ਹੋਈ, ਜੋ ਮੁਖੀਏ ਨੇ ਵੀ ਸੁਣੀ, ਸਾਥੀਆਂ ਨੇ ਵੀ ਸੁਣੀ। ਰੱਬ ਨੇ ਕਿਹਾ ਮੈਂ ਤਾਂ ਸਭ ਨੂੰ ਮੌਕਾ ਦਿੰਦਾ ਹਾਂ, ਐ ਫਕੀਰ ਮੌਕਾ ਇਹਨਾਂ ਨੂੰ ਵੀ ਦਿੱਤਾ ਸੀ ਜੀਵਨ ਦੇ ਕੇ, ਪਰ ਇਹਨਾਂ ਨੇ ਸੰਭਾਲਿਆ ਨਹੀਂ। ਪਰ ਫਿਰ ਵੀ ਜੇ ਇਹਨਾਂ ਨੂੰ ਲੱਗਦਾ ਹੈ ਕਿ ਮੈਂ ਇਹਨਾਂ ਨੂੰ ਮੌਕਾ ਨਹੀਂ ਦਿੱਤਾ, ਤਾਂ ਅੱਜ ਰਾਤ ਨੂੰ ਇਹਨਾਂ ਨੂੰ ਇੱਕ ਮੌਕਾ ਦਊਂਗਾ। ਠੀਕ ਅੱਧੀ ਰਾਤ ਨੂੰ ਇਹ ਸਾਹਮਣੇ ਮੈਦਾਨ ਅੰਦਰ ਖੜੇ ਹੋ ਜਾਣ, ਅੱਧੀ ਰਾਤ ਨੂੰ ਮੈਂ ਇਹਨਾਂ ਨੂੰ ਇੱਕ ਘੜੀ ਦਾ ਮੌਕਾ ਦਊਂਗਾ। ਇੱਕ ਘੜੀ ਹੁੰਦੀ ਹੈ ਕਿੰਨੇ ਮਿੰਟ ਦੀ? 24 ਮਿੰਟ ਦੀ। ਰੱਬ ਨੇ ਕੀ ਕਿਹਾ? ਅਗਰ ਇਹਨਾਂ ਨੂੰ ਲੱਗਦਾ ਹੈ ਕਿ ਮੈਂ ਇਹਨਾਂ ਨੂੰ ਮੌਕਾ ਨਹੀਂ ਦਿੱਤਾ, ਤਾਂ ਅੱਜ ਰਾਤ ਨੂੰ ਜਦੋਂ ਅੱਧੀ ਰਾਤ ਹੋਏਗੀ, ਇੱਕ ਘੜੀ ਵਾਸਤੇ ਇਹਨਾਂ ਨੂੰ ਮੈਂ ਮੌਕਾ ਦਊਂਗਾ। ਜਿਨ੍ਹਾਂ ਨੇ ਉਹ ਮੌਕਾ ਸੰਭਾਲ ਲਿਆ ਉਹ ਤਾਂ ਸਵੇਰੇ ਖੁਸ਼ ਹੋਣਗੇ, ਤਾਂ ਜਿਨ੍ਹਾਂ ਨੇ ਨਹੀਂ ਸੰਭਾਲਿਆ ਉਹ ਸਵੇਰੇ ਰੋਣਗੇ।
ਇਸ ਲਈ ਅੱਧੀ ਰਾਤ ਨੂੰ ਇਹ ਸਾਰੇ ਬੰਜਾਰੇ ਮੈਦਾਨ 'ਚ ਖੜੇ ਹੋ ਜਾਣ। ਹੁਣ ਜਦੋਂ ਆਕਾਸ਼ਵਾਣੀ ਹੋਈ, ਆਵਾਜ਼ ਬੰਦ ਹੋ ਗਈ, ਤਾਂ ਫਕੀਰ ਨੇ ਬੰਜਾਰੇ ਨੂੰ ਯਾਨੀ ਮੁਖੀਏ ਨੂੰ ਕਿਹਾ, ਮੁਖੀਆ ਜੀ ਸੁਣ ਲਿਆ ਰੱਬ ਦੀ ਆਕਾਸ਼ਵਾਣੀ ਕੀ ਆਈ ਹੈ, ਰੱਬ ਦੀ ਆਵਾਜ਼ ਕੀ ਆਈ ਹੈ ਕਿ ਅੱਜ ਅੱਧੀ ਰਾਤ ਨੂੰ ਇੱਕ ਘੜੀ ਵਾਸਤੇ ਤੁਹਾਨੂੰ ਸਾਰਿਆਂ ਨੂੰ ਮੌਕਾ ਮਿਲਣਾ ਹੈ। ਹੁਣ ਸੰਭਾਲ ਲਿਓ, ਗਵਾਇਓ ਨਾ, ਕਿਉਂਕਿ ਰੱਬ ਨੇ ਵੀ ਕਿਹਾ ਜਿਨ੍ਹਾਂ ਨੇ ਸੰਭਾਲ ਲਿਆ ਸਵੇਰ ਨੂੰ ਹੱਸਣਗੇ, ਜਿਨ੍ਹਾਂ ਨੇ ਨਹੀਂ ਸੰਭਾਲਿਆ ਸਵੇਰ ਨੂੰ ਰੋਣਗੇ। ਹੁਣ ਤੁਸੀਂ ਵੀ ਸਮਝ ਲੈਣਾ ਜ਼ਰਾ, ਇਹ ਕਹਾਣੀ ਤੁਹਾਡੇ ਨਾਲ ਵੀ ਜੁੜੀ ਹੋਈ ਹੈ, ਧਿਆਨ ਦੇਣਾ, ਬੜੀ ਸਮਝਣ ਵਾਲੀ ਕਹਾਣੀ ਹੈ। ਹੁਣ ਜਦੋਂ ਬੰਜਾਰਿਆਂ ਦੇ ਮੁਖੀਏ ਨੇ ਔਰ ਉਹਦੇ ਸਾਥੀਆਂ ਨੇ ਆਵਾਜ਼ ਸੁਣੀ, ਤਾਂ ਜਦੋਂ ਉੱਠ ਕੇ ਤੁਰੇ ਤਾਂ ਕਈ ਕਹਿਣ ਲੱਗੇ ਇਹ ਸੱਚੀ ਰੱਬ ਦੀ ਆਵਾਜ਼ ਸੀ ਜਾਂ ਫਕੀਰ ਨੇ ਸਾਨੂੰ ਮੂਰਖ ਬਣਾਇਆ, ਕਿਉਂਕਿ ਰੱਬ ਇਦਾਂ ਵੀ ਆਵਾਜ਼ਾਂ ਕਰਦਾ ਹੈ, ਇਦਾਂ ਵੀ ਰੱਬ ਦੀ ਆਵਾਜ਼ ਆਉਂਦੀ ਹੈ। ਕਈਆਂ ਨੇ ਯਕੀਨ ਕੀਤਾ ਤੇ ਕਈਆਂ ਨੇ ਉਹਨੂੰ ਫਕੀਰ ਦੀ ਚਲਾਕੀ ਸਮਝਿਆ ਕਿ ਫਕੀਰ ਹੀ ਚਲਾਕ ਲੱਗਦਾ ਹੈ, ਇਹ ਫਕੀਰ ਕੋਈ ਧੋਖੇਬਾਜ਼ ਲੱਗਦਾ ਹੈ, ਲੱਗਦਾ ਇਹਨਾਂ ਪਿੱਛੋਂ ਕੋਈ ਆਪ ਹੀ ਆਵਾਜ਼ ਕਢਾ ਦਿੱਤੀ ਕਿਸੇ ਦੀ, ਇਦਾਂ ਕੋਈ ਰੱਬ ਸਿੱਧਾ ਆਕਾਸ਼ ਤੋਂ ਬੋਲਦਾ ਹੈ। ਪਰ ਕਈਆਂ ਨੇ ਕਿਹਾ ਨਹੀਂ ਨਹੀਂ ਯਾਰ, ਆਪਾਂ ਦੇਖਿਆ ਆਵਾਜ਼ ਤਾਂ ਉੱਪਰੋਂ ਹੀ ਆ ਰਹੀ ਸੀ। ਹੁਣ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਉਹ ਹੁੰਦੇ ਜੋ ਫਕੀਰਾਂ ਦੀ ਗੱਲ ਤੇ ਯਕੀਨ ਕਰ ਲੈਂਦੇ ਐ, ਇੱਕ ਉਹ ਹੁੰਦੇ ਜਿਹੜੇ ਫਕੀਰਾਂ ਦੀ ਗੱਲ ਤੇ ਹਮੇਸ਼ਾ ਸ਼ੱਕ ਕਰਦੇ ਐ ਕਿ ਫਕੀਰ ਬੜੇ ਚਲਾਕ ਹੈ, ਇਹ ਫਕੀਰ ਬੜੇ ਖਰਾਬ ਹੈ, ਪਤਾ ਨਹੀਂ ਇਹ ਸੱਚ ਕਹਿ ਰਿਹਾ ਜਾਂ ਕੋਈ ਠੱਗ ਹੀ ਬੈਠਾ ਹੈ। ਪਰ ਹੁਣ ਜਰਾ ਸਮਝਣਾ, ਹੁਣ ਬੰਜਾਰਿਆਂ ਦਾ ਸਰਦਾਰ ਜਾ ਕੇ ਆਪਣੇ ਸਾਥੀਆਂ ਨਾਲ ਸਲਾਹ ਕਰਦਾ ਹੈ, ਔਰਤਾਂ ਵੀ ਬਿਠਾ ਲਈਆਂ, ਬੱਚੇ ਬਜ਼ੁਰਗ ਜਿੰਨੇ ਵੀ ਸੀ ਬੈਠ ਗਏ, ਸਾਰੀ ਗੱਲ ਦੱਸੀ ਬੰਜਾਰਿਆਂ ਦੇ ਸਰਦਾਰ ਨੇ ਕਿ ਇਦਾਂ ਆਵਾਜ਼ ਆਈ ਹੈ ਕਿ ਸਾਹਮਣੇ ਇੱਕ ਮੈਦਾਨ ਹੈ, ਉੱਥੇ ਅੱਧੀ ਰਾਤ ਨੂੰ ਇਕੱਠੇ ਹੋ ਜਾਓ, ਇੱਕ ਘੜੀ ਵਾਸਤੇ ਮੌਕਾ ਮਿਲਣਾ ਹੈ। ਹੁਣ ਦੱਸੋ ਕੀ ਕਰਨਾ ਹੈ? ਤਾਂ ਕਈਆਂ ਨੇ ਕਿਹਾ ਮਹਾਰਾਜ ਆਪ ਸੋਚ ਲਓ, ਕਿਤੇ ਇਹ ਨਾ ਹੋਵੇ ਫਕੀਰ ਦੀ ਕੋਈ ਚਲਾਕੀ ਹੋਵੇ, ਅਸੀਂ ਸਾਰੇ ਮੈਦਾਨ 'ਚ ਚਲੇ ਜਾਈਏ, ਇਹ ਪਿੱਛੋਂ ਸਾਡਾ ਸਮਾਨ ਹੀ ਲੈ ਕੇ ਦੌੜ ਜਾਵੇ। ਫਕੀਰ ਦਾ ਕੀ ਪਤਾ, ਜੰਗਲ 'ਚ ਅਸੀਂ ਹੈ, ਕੀ ਪਤਾ ਤੇ ਕਿੰਨੇ ਸਾਥੀ ਹੋਣ, ਸਾਨੂੰ ਦੇਖ ਕੇ ਇੱਥੇ ਡੇਰਾ ਲਾਏ ਨੂੰ ਸਾਥੀ ਲੁਕੇ ਬੈਠੇ ਹੋਣ, ਅਸੀਂ ਚਲੇ ਜਾਈਏ ਸਮਾਨ ਹੀ ਲੁੱਟ ਕੇ ਲੈ ਜਾਣ। ਪਰ ਫਿਰ ਸਰਦਾਰ ਨੇ ਕਿਹਾ ਜ਼ਰਾ ਸੋਚੋ, ਜੇ ਗੱਲ ਸੱਚੀ ਹੋਈ, ਸਮਾਨ ਦੇ ਕੋਲ ਹੀ ਬੈਠੇ ਰਹੇ ਤਾਂ ਉਹ ਮੌਕਾ ਤਾਂ ਗਵਾ ਲਾਵਾਂਗੇ। ਦੂਜਿਆਂ ਨੇ ਕਿਹਾ ਹਾਂ ਇਹ ਵੀ ਗੱਲ ਸਹੀ ਹੈ, ਜੇ ਆਵਾਜ਼ ਸੱਚੀ ਹੋਈ ਔਰ ਅਸੀਂ ਮੈਦਾਨ 'ਚ ਨਾ ਪਹੁੰਚੇ ਤਾਂ ਫਿਰ ਤਾਂ ਉਹ ਇੱਕ ਘੜੀ ਦਾ ਮੌਕਾ ਤਾਂ ਇਦਾਂ ਦੇਖਦਿਆਂ ਦੇਖਦਿਆਂ ਹੱਥੋਂ ਨਿਕਲ ਜਾਣਾ ਹੈ। ਹੁਣ ਅੱਧੇ ਕੁ ਕਹਿਣ ਚੱਲਦੇ ਆ, ਅੱਧੇ ਕੁ ਕਹਿਣ ਨਹੀਂ ਜਾਣਾ। ਪਰ ਹੁਣ ਸਰਦਾਰ ਨੇ ਕਿਹਾ ਇਦਾਂ ਕਰੋ ਵੀ ਸਾਰੇ ਹੀ ਚੱਲਦੇ ਆ, ਜੇ ਸਮਾਨ ਦੀ ਗੱਲ ਹੈ ਤਾਂ ਸਾਡੇ ਕੋਲ ਕਿਹੜਾ ਪੈਸਾ ਹੈ, ਕੱਪੜੇ ਹੀ ਹੈ, ਬਰਤਨ ਹੀ ਹੈ, ਜੇ ਲੈ ਵੀ ਗਏ ਚੱਕ ਕੇ ਤਾਂ ਕੀ ਹੈ, ਇੰਨੇ ਬਰਤਨ ਇੰਨੇ ਕੱਪੜੇ ਇਕੱਲਾ ਫਕੀਰ ਜਾਂ ਦੋ ਚਾਰ ਸਾਥੀ ਲਿਜਾਣ ਵੀ ਕਿੱਥੋਂ ਸਕਦੇ ਹੈ, ਕਿਉਂਕਿ ਜਿਹਨੂੰ ਅਸੀਂ 15-20 ਆਦਮੀ ਇਕੱਠੇ ਲੈ ਕੇ ਜਾ ਰਹੇ ਹੋ, ਦੋ ਚਾਰਾਂ ਨੇ ਕੀ ਲੈ ਜਾਣਾ ਹੈ। ਔਰ ਨਾਲੇ ਇੱਕ ਘੜੀ ਦੀ ਗੱਲ ਹੈ, ਚਲੋ ਚੱਲਦੇ ਹੋ, ਸਾਹਮਣੇ ਦਾ ਮੈਦਾਨ ਹੈ। ਹੁਣ ਦੇਖੋ ਰੱਬ ਦੀ ਰਹਿਮਤ ਹੋਣ ਵਾਲੀ ਹੈ, ਪਰ ਇਹਨਾਂ ਬੰਦਿਆਂ ਨੂੰ ਉਹਦੀ ਰਹਿਮਤ ਤੇ ਯਕੀਨ ਹੈ ਨਹੀਂ, ਉਹਦੀ ਰਹਿਮਤ ਤੇ ਵਿਸ਼ਵਾਸ ਹੈ ਨਹੀਂ। ਹੁਣ ਕਈ ਵਾਰ ਅਸੀਂ ਵੀ ਕਹਿ ਦਿੰਦੇ ਆ ਕਿ ਆਜੋ ਰਹਿਮਤਾਂ ਦਾ ਦਿਨ ਆ ਰਿਹਾ ਹੈ, ਆਜੋ ਮਾਲਕ ਦੇ ਘਰ 'ਚ, ਉਹ ਰਹਿਮਤਾਂ ਦੀਆਂ ਘੜੀਆਂ ਆ ਰਹੀਆਂ ਤਾਂ ਕਿ ਪਹੁੰਚ ਕੇ ਮਾਲਕ ਦੀਆਂ ਰਹਿਮਤਾਂ ਨਾਲ ਤੁਸੀਂ ਝੋਲੀਆਂ ਭਰ ਲੈ ਜਾਵੋ। ਤਾਂ ਕਈ ਸੋਚਦੇ ਹੋਣਗੇ ਲੈ ਗੱਲ ਸੱਚੀ ਵੀ ਹੈ, ਉਦਾਂ ਹੀ ਮਾਲਕ ਕਹੀ ਜਾਂਦੇ, ਪਤਾ ਨਹੀਂ ਉੱਥੇ ਰਹਿਮਤ ਹੋਣੀ ਵੀ ਹੈ ਜਾਂ ਨਹੀਂ। ਤਾਂ ਕਈ ਕਹਿੰਦੇ ਚਲੋ ਰਹਿਮਤ ਨਾ ਵੀ ਹੋਈ, ਲੰਗਰ ਹੀ ਛਕ ਕੇ ਆ ਜਾਵਾਂਗੇ, ਖਾਣਾ ਹੀ ਖਾ ਕੇ ਆ ਜਾਵਾਂਗੇ। ਹੁਣ ਜੈਸੀ ਭਾਵਨਾ ਨਾਲ ਅਸੀਂ ਜਾਣਾ ਹੈ ਵੈਸਾ ਹੀ ਫਲ ਸਾਨੂੰ ਮਿਲਣਾ। ਜਿਹੜੇ ਰਹਿਮਤ ਨੂੰ ਸਮਝ ਕੇ ਆਉਂਦੇ ਐ ਉਹ ਰਹਿਮਤਾਂ ਲੈ ਕੇ ਚਲੇ ਜਾਂਦੇ ਐ, ਤਾਂ ਜਿਹੜੇ ਕਹਿੰਦੇ ਲੰਗਰ ਛਕ ਕੇ ਆਣਾ ਉਹ ਲੰਗਰ ਹੀ ਖਾ ਕੇ ਜਾਂਦੇ ਐ। ਉਹਨਾਂ ਦਾ ਪੇਟ ਤਾਂ ਭਰ ਜਾਂਦਾ ਹੈ ਪਰ ਉਹਨਾਂ ਦੀ ਰਹਿਮਤ ਨਹੀਂ ਹੁੰਦੀ। ਹੁਣ ਤੁਸੀਂ ਕਿਹੜੀ ਭਾਵਨਾ ਨਾਲ ਆਇਓ ਜਰਾ ਦੱਸ ਦਿਓ ਪਹਿਲਾਂ ਹੀ ਸਾਨੂੰ। ਰਹਿਮਤ ਦੀ ਭਾਵਨਾ ਨਾਲ ਆਇਓ ਨਾ, ਤਾਂ ਫਿਰ ਜਾਓ ਰਹਿਮਤ ਲੈ ਕੇ ਜਾਓਗੇ, ਖਾਲੀ ਨਹੀਂ ਜਾਣਾ ਅੱਜ ਤੁਸੀਂ, ਜਰਾ ਸਮਝ ਲਓ। ਕਿਉਂਕਿ ਜੈਸੀ ਸੋਚ, ਜੈਸੀ ਸਮਝ, ਜੈਸੀ ਭਾਵਨਾ ਲੈ ਕੇ ਆਉਂਦੇ ਆ ਸਾਨੂੰ ਵੈਸਾ ਹੀ ਫਲ ਮਿਲ ਜਾਂਦਾ ਹੈ। ਜੇ ਇਹ ਭਾਵਨਾ ਲੈ ਕੇ ਆਇਓ ਕਿ ਅੱਜ ਮੈਂ ਮਾਲਕ ਦੀ ਰਹਿਮਤ ਲੈਣ ਆਇਆ ਹਾਂ, ਮਾਲਕ ਦੀਆਂ ਖੁਸ਼ੀਆਂ ਲੈਣ ਆਇਆ ਹਾਂ, ਤਾਂ ਫਿਰ ਰਹਿਮਤਾਂ ਔਰ ਖੁਸ਼ੀਆਂ ਹੀ ਲੈ ਕੇ ਜਾਓਗੇ। ਤਾਂ ਜੇ ਬੰਦਾ ਕਹੇ ਮੇਲਾ ਦੇਖਣ ਆਇਆ, ਮੈਂ ਮੇਲਾ ਦੇਖਣ ਆਇਆ ਹਾਂ, ਲੰਗਰ ਛਕਣ ਆਇਆ ਹਾਂ, ਸੈਰ ਕਰਨ ਆਇਆ ਹਾਂ, ਤਾਂ ਫਿਰ ਤਾਂ ਸੈਰ ਕਰਕੇ ਮੇਲਾ ਦੇਖ ਕੇ ਲੰਗਰ ਛਕ ਕੇ ਚਲੇ ਜਾਓਗੇ, ਰਹਿਮਤ ਤੱਕ ਪਹੁੰਚ ਨਹੀਂ ਪਾਓਗੇ। ਕਿਉਂਕਿ ਰਹਿਮਤਾਂ ਤੱਕ ਪਹੁੰਚਣ ਵਾਸਤੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਕਿ ਮੈਂ ਰਹਿਮਤ ਲੈਣ ਆਇਆ ਹਾਂ, ਤਾਂ ਰਹਿਮਤ ਲੈ ਕੇ ਜਾਣੀ ਹੈ। ਸਮਝ ਆ ਗਈ? ਹੁਣ ਬੰਜਾਰਿਆਂ ਦੀ ਟੋਲੀ ਨੇ ਵੀ ਫੈਸਲਾ ਕਰ ਲਿਆ ਜਾਣ ਦਾ ਮੈਦਾਨ ਵਿੱਚ, ਜਿੱਦਾਂ ਅੱਜ ਤੁਸੀਂ ਫੈਸਲਾ ਕਰ ਲਿਆ ਆਉਣ ਦਾ ਮਾਲਕਾਂ ਦੇ ਦਰਬਾਰ 'ਚ। ਅੱਧੀ ਰਾਤ ਹੋਈ, ਸਾਰੇ ਬੰਜਾਰੇ ਪਹੁੰਚ ਗਏ ਉਸ ਮੈਦਾਨ ਦੇ ਅੰਦਰ। ਹੁਣ ਸਾਰੇ ਆਕਾਸ਼ ਵੱਲ ਦੇਖ ਰਹੇ। ਸਰਦਾਰ ਨੇ ਕਿਹਾ ਜੇ ਤਾਂ ਹੁਣ ਆਕਾਸ਼ਵਾਣੀ ਹੋਈ ਤਾਂ ਮਤਲਬ ਸੱਚੀ ਗੱਲ, ਜੇ ਨਹੀਂ ਹੋਈ ਫਿਰ ਝੂਠੀ ਗੱਲ। ਹੁਣ ਆਕਾਸ਼ ਵੱਲ ਦੇਖ ਰਹੇ ਆ,
ਜਦੋਂ ਅੱਧੀ ਰਾਤ ਦਾ ਸਮਾਂ ਹੋਇਆ, ਅਚਾਨਕ ਇੱਕ ਪ੍ਰਕਾਸ਼ ਹੋਇਆ, ਆਵਾਜ਼ ਆਈ ਕਿ ਐ ਬਣਜਾਰਿਓ, ਮੈਂ ਤੁਹਾਨੂੰ ਇੱਕ ਘੜੀ ਦਾ ਟਾਈਮ ਦਿੰਦਾ ਹਾਂ, ਸਮਾਂ ਦਿੰਦਾ ਹਾਂ। ਇਹ ਜ਼ਮੀਨ ਦੇ ਉੱਪਰ ਜਿੰਨੇ ਕੰਕਰ ਪਏ ਹੋਏ ਐ, ਜਿੰਨੇ ਪੱਥਰ ਪਏ ਹੋਏ ਐ, ਇਹ ਪੱਥਰ ਉਠਾ ਕੇ ਆਪਣੀ ਝੋਲੀ 'ਚ ਭਰ ਲਓ। ਕੰਕਰਾਂ ਨੂੰ ਉਠਾ ਕੇ ਆਪਣੀ ਝੋਲੀ 'ਚ ਭਰ ਲਓ। ਸਿਰਫ ਇੱਕ ਘੜੀ ਦਾ ਤੁਹਾਡੇ ਕੋਲ ਟਾਈਮ ਹੈ। ਇੱਕ ਘੜੀ ਯਾਨੀ 24 ਮਿੰਟ ਦਾ ਤੁਹਾਡੇ ਕੋਲ ਟਾਈਮ ਹੈ। ਇਹ ਇੱਕ ਘੜੀ ਵਿੱਚ ਤੁਸੀਂ ਜਿੰਨੇ ਕੰਕਰ ਉਠਾ ਸਕਦੇ ਹੋ, ਆਪਣੀ ਥੈਲੀ 'ਚ ਭਰ ਸਕਦੇ ਹੋ, ਝੋਲੀ 'ਚ ਭਰ ਸਕਦੇ ਹੋ, ਭਰ ਲਓ। ਔਰ ਤੁਹਾਡਾ ਟਾਈਮ ਸਟਾਰਟ ਹੁੰਦਾ ਹੈ, ਸ਼ੁਰੂ ਹੁੰਦਾ ਹੈ ਹੁਣ। ਕਹਿ ਕੇ ਪ੍ਰਕਾਸ਼ ਬੰਦ ਹੋ ਗਿਆ, ਆਵਾਜ਼ ਬੰਦ ਹੋ ਗਈ। ਲੋਕੀ ਦੇਖਣ, ਹੈ ਆ ਕੀ? ਐਸੀ ਤਾਂ ਸੋਚਿਆ ਸੀ ਆਵਾਜ਼ ਸਾਨੂੰ ਕੋਈ ਇਦਾਂ ਦਾ ਰਸਤਾ ਸਮਝਾਏਗੀ ਜਿਹਦੇ ਨਾਲ ਸਾਨੂੰ ਦੌਲਤ ਮਿਲੇਗੀ, ਜਿਹਦੇ ਨਾਲ ਸਾਨੂੰ ਤੰਦਰੁਸਤੀ ਮਿਲੇਗੀ, ਸਿਹਤ ਮਿਲੇਗੀ, ਕਾਮਯਾਬੀ ਮਿਲੇਗੀ। ਪਰ ਆ ਕੀ ਆਵਾਜ਼ ਆਈ? ਆ ਜਿੰਨੇ ਪੱਥਰ ਹੈ ਇਕੱਠੇ ਕਰ ਲਓ, ਆ ਜਿੰਨੇ ਕੰਕਰ ਹੈ ਚੁਣ ਲਓ। ਕੰਕਰ ਚੁਣਨ ਨਾਲ ਕੀ ਹੋਣਾ ਹੈ? ਪੱਥਰ ਚੁਣਨ ਨਾਲ ਕੀ ਹੋਣਾ? ਅੱਧੀ ਰਾਤ ਨੂੰ ਮੈਦਾਨ 'ਚ ਪੱਥਰ ਲੱਭੀਏ ਅਸੀਂ। ਪਰ ਕਈਆਂ ਨੇ ਕਿਹਾ ਯਾਰ ਜੇ ਆਵਾਜ਼ ਆਈ ਹੈ ਤਾਂ ਯਕੀਨ ਕਰ ਲਓ, ਚੁਣ 'ਚ ਜਾਂਦਾ ਵੀ ਕੀ ਹੈ। ਕਈਆਂ ਨੇ ਤੇ ਬਹਿ ਕੇ ਹੱਥ ਮਾਰ ਕੇ ਪੱਥਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਤਾਂ ਕਈ ਉਹਨਾਂ ਦਾ ਮਜ਼ਾਕ ਉਡਾਉਂਦੇ ਤੰਬੂਆਂ ਵੱਲ ਤੁਰ ਪਏ। ਉਹ ਚੁਣੀ ਜਾਓ ਪੱਥਰ, ਤੁਸੀਂ ਕਰ ਲਓ ਜਿੰਨੇ ਮਰਜ਼ੀ ਪੱਥਰ ਇਕੱਠੇ। ਪੱਥਰਾਂ ਨੇ ਕੀ ਦੇਣਾ ਹੈ ਤੁਹਾਨੂੰ? ਪੱਥਰਾਂ ਨੇ ਕੀ ਦੇਣਾ ਹੈ? ਹੁਣ ਇੱਕ ਬੰਦੇ ਨੇ ਪੱਥਰ ਚੱਕਿਆ, ਦੇਖਿਆ ਆਹ ਪੱਥਰ ਸੀਗੇ, ਵਾਕਈ ਪੱਥਰ। ਪਰ ਹੁਣ ਆਵਾਜ਼ ਆਈ ਸੀ ਪੱਥਰ ਇਕੱਠੇ ਕਰ ਲਓ, ਕੰਕਰ ਇਕੱਠੇ ਕਰ ਲਓ। ਇਹ ਰੱਬ ਦੀ ਆਵਾਜ਼ ਆਈ ਸੀ। ਹੁਣ ਕਿਹਨਾਂ ਤਾਂ ਅੱਖਾਂ ਦੇ ਕੋਲ ਜਾ ਕੇ ਦੇਖਿਆ, ਕੀ ਹੈ? ਕੀ ਪੱਥਰ ਹੀ ਕੀ? ਪੱਥਰ ਨਾ ਖਾਣ ਦੇ ਕੰਮ, ਨਾ ਸਜਾਣ ਦੇ ਕੰਮ, ਪੱਥਰਾਂ ਦਾ ਕੀ ਕਰਨਾ ਐ ਸੀ? ਪਰ ਕਈਆਂ ਨੇ ਗੱਲ ਤੇ ਯਕੀਨ ਕੀਤਾ। ਉਹਨਾਂ ਨੇ ਪੱਥਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ, ਕੰਕਰ ਇਕੱਠੇ ਕਰਕੇ ਝੋਲੀ 'ਚ ਪਾਣੇ ਸ਼ੁਰੂ ਕਰ ਦਿੱਤੇ। ਤਾਂ ਕਈਆਂ ਨੇ ਉਹਨਾਂ ਦਾ ਮਜ਼ਾਕ ਉਡਾਇਆ, ਤੁਸੀਂ ਪਾਗਲ ਹੋ। ਉਹ ਫਕੀਰ ਵੀ ਕੋਈ ਪਾਗਲ ਹੈ, ਉਹ ਮੂਰਖ ਬਣਾ ਗਿਆ ਸਾਨੂੰ। ਆਵਾਜ਼ ਆਈ ਵੀ ਰੱਬ ਦੀ, ਤਾਂ ਕੀ ਕਹਿੰਦੀ ਹੈ? ਪੱਥਰ ਚੱਕੋ, ਕੰਕਰ ਚੱਕੋ। ਦੱਸੋ ਕੰਕਰਾਂ ਨਾਲ ਕੀ ਹੋਣਾ ਹੈ? ਪੱਥਰਾਂ ਨਾਲ ਕੀ ਹੋਣਾ ਹੈ? ਕਈ ਤਾਂ ਮਜ਼ਾਕ ਉਡਾਉਂਦੇ ਤੁਰ ਪਏ ਵਾਪਸ, ਆਪਣੇ ਤੰਬੂਆਂ 'ਚ ਜਾ ਕੇ ਸੌਂ ਗਏ ਕਿ ਆਪਣੀ ਰਾਤ ਖਰਾਬ ਕੀਤੀ, ਆਪਣਾ ਟਾਈਮ ਖਰਾਬ ਕੀਤਾ। ਐਵੇਂ ਹੀ ਆ ਗਏ ਇੱਥੇ, ਇੰਨਾ ਚੰਗਾ ਸੀ ਸੌਂ ਹੀ ਜਾਂਦੇ। ਹੁਣ ਜਿਨ੍ਹਾਂ ਨੇ ਆਵਾਜ਼ ਤੇ ਵਿਸ਼ਵਾਸ ਕੀਤਾ ਉਹ ਝੋਲੀ ਭਰਨ 'ਚ ਲੱਗ ਗਏ, ਤਾਂ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਉਹ ਤੰਬੂਆਂ 'ਚ ਜਾ ਕੇ ਸੌਂ ਗਏ। ਔਰ ਉਹਨਾਂ ਦਾ ਮਜ਼ਾਕ ਉਡਾ ਰਹੇ ਆ। ਜਿਹੜੇ ਉੱਥੇ ਬੈਠੇ ਉਹ ਪੱਥਰ ਇਕੱਠੇ ਕਰ ਰਹੇ ਆ। ਹੁਣ ਜ਼ਰਾ ਸਮਝ ਲੈਣਾ। ਹੁਣ ਇੱਧਰ ਜਿੰਨੇ ਕੁ ਉਹਨਾਂ ਤੋਂ ਕੰਕਰ ਉਠਾ ਹੁੰਦੇ ਸੀ, ਇੱਕ ਘੜੀ ਦੇ ਅੰਦਰ ਅੰਦਰ ਉਹਨਾਂ ਨੇ ਉਠਾਏ। ਫਿਰ ਆਵਾਜ਼ ਆ ਗਈ, ਟਾਈਮ ਸਮਾਂ ਪੂਰਾ ਹੋ ਗਿਆ, ਹੁਣ ਘਰ ਨੂੰ ਜਾਓ, ਯਾਨੀ ਤੰਬੂਆਂ 'ਚ ਜਾਓ। ਹੁਣ ਜਦੋਂ ਆਵਾਜ਼ ਆਈ ਸਮਾਂ ਪੂਰਾ, ਲੋਕ ਉੱਠੇ, ਆਪਣੇ ਆਪਣੇ ਤੰਬੂਆਂ ਚਲੇ ਗਏ। ਹੁਣ ਤੰਬੂਆਂ ਚਲੇ ਗਏ। ਹੁਣ ਜਿਹੜੇ ਦੂਜੇ ਬੰਦੇ ਐ, ਜਿਹੜੇ ਖਾਲੀ ਹੱਥ ਗਏ ਸੀ, ਖਾਲੀ ਆ ਗਏ, ਉਹ ਮਜ਼ਾਕ ਉਡਾਉਂਦੇ, ਕੀ ਲਿਆਂਦਾ ਭਾਈ? ਆਵਾਜ਼ ਵੀ ਸੁਣੀ, ਲੈ ਕੇ ਕੀ ਆਏ? ਪੱਥਰ ਖਾ ਲਓ। ਹੁਣ ਕੀ ਕਿਹੜੇ ਕੰਮ ਆਣੇ ਇਹ? ਰੱਖੋ ਇੱਕ ਪਾਸੇ ਇਹਨਾਂ ਨੂੰ। ਹੁਣ ਉਹਨਾਂ ਨੇ ਆਪਣੇ ਆਪਣੇ ਕੰਕਰ ਇੱਕ ਪਾਸੇ ਰੱਖ ਦਿੱਤੇ। ਤਾਂ ਜਿਹੜੇ ਨਹੀਂ ਯਕੀਨ ਕਰਨ ਵਾਲੇ ਸੀ, ਕਹਿੰਦੇ ਦੇਖਿਆ ਅਸੀਂ ਫਾਲਤੂ ਦੀ ਮਿਹਨਤ ਨਹੀਂ ਕੀਤੀ, ਅਸੀਂ ਆਰਾਮ ਕੀਤਾ, ਬਹਿ ਗਏ ਅਸੀਂ। ਉਹ ਖੁਸ਼ ਹੋ ਰਹੇ ਹੈ ਕਿ ਇਹ ਪਾਗਲ ਹੈ ਜਿਹੜੇ ਪੱਥਰ ਇਕੱਠੇ ਕਰਨ 'ਚ ਬੈਠੇ ਰਹੇ। ਅਸੀਂ ਚੰਗੇ ਰਹੇ ਜਿਹੜੇ ਆਵਾਜ਼ ਸੁਣ ਕੇ ਘਰ ਨੂੰ ਆ ਗਏ, ਮਿਹਨਤ ਨਹੀਂ ਕੀਤੀ ਅਸੀਂ। ਪਰ ਹੁਣ ਕਹਿੰਦੇ ਆ ਸਮਾਂ ਗੁਜ਼ਰਿਆ, ਰਾਤ ਗੁਜ਼ਰੀ, ਜਦੋਂ ਸਵੇਰ ਹੋਈ, ਸਵੇਰ ਦਾ ਸੂਰਜ ਚੜ੍ਹਿਆ। ਜਦੋਂ ਸਵੇਰ ਦਾ ਸੂਰਜ ਚੜ੍ਹਿਆ ਤਾਂ ਵਾਕਈ ਆਕਾਸ਼ਵਾਣੀ ਨੇ ਕਿਹਾ ਸੀ ਕਿ ਮੈਦਾਨ 'ਚ ਚਲੇ ਜਾਣਾ, ਜੋ ਹੁਕਮ ਹੋਏਗਾ ਉਹਨੂੰ ਮੰਨਣਾ। ਫਿਰ ਸਵੇਰ ਦਾ ਸਮਾਂ ਆਏਗਾ, ਕੋਈ ਹੱਸੇਗਾ, ਕੋਈ ਰੋਏਗਾ। ਹੁਣ ਸਵੇਰ ਹੋਈ, ਸੂਰਜ ਨਿਕਲਿਆ ਤਾਂ ਕੀ ਦੇਖਿਆ? ਤੰਬੂਆਂ 'ਚੋਂ ਕਿਸੇ ਤੰਬੂ 'ਚੋਂ ਹੱਸੀ ਦੀ ਆਵਾਜ਼ ਆ ਰਹੀ ਹੈ ਔਰ ਕਿਸੇ ਤੰਬੂ 'ਚੋਂ ਰੋਣ ਦੀ ਆਵਾਜ਼ ਆ ਰਹੀ ਹੈ। ਹੁਣ ਹੱਸ ਕੌਣ ਰਿਹਾ ਹੈ? ਜਿਨ੍ਹਾਂ ਨੇ ਕੰਕਰ ਇਕੱਠੇ ਕੀਤੇ ਸੀ ਗੱਲ ਤੇ ਵਿਸ਼ਵਾਸ ਕਰਕੇ। ਜਦੋਂ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਪਤਾ ਲੱਗਾ ਕਿ ਜਿਨ੍ਹਾਂ ਨੂੰ ਰਾਤੀ ਅਸੀਂ ਪੱਥਰ ਸਮਝ ਕੇ ਇਕੱਠੇ ਕਰ ਰਹੇ ਸੀ, ਉਹ ਤਾਂ ਹੀਰੇ ਸੀ। ਤਾਂ ਜਿਨ੍ਹਾਂ ਨੇ ਪੱਥਰ ਹੀ ਸਮਝੇ, ਵਿਸ਼ਵਾਸ ਨਹੀਂ ਕੀਤਾ ਆਪਣੇ ਰੱਬ ਦੀ ਆਵਾਜ਼ ਤੇ, ਉਹ ਖਾਲੀ ਦੇ ਖਾਲੀ ਰਹਿ ਗਏ। ਉਹ ਪਛਤਾ ਰਹੇ ਆ, ਰੋ ਰਹੇ ਆ ਕਿ ਕਾਸ਼ ਅਸੀਂ ਵੀ ਉਹ ਗੱਲ ਤੇ ਯਕੀਨ ਕਰਕੇ ਥੋੜੇ ਜਿਹੇ ਪੱਥਰ ਹੀ ਚੱਕ ਲੈਂਦੇ, ਥੋੜੇ ਜਿਹੇ ਕੰਕਰ ਹੀ ਚੱਕ ਲੈਂਦੇ, ਤਾਂ ਸਾਡੀ ਝੋਲੀ ਵੀ ਹੀਰਿਆਂ ਨਾਲ ਭਰ ਜਾਂਦੀ। ਹੁਣ ਜ਼ਰਾ ਸਮਝਣਾ, ਇੱਥੋਂ ਕੀ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੇ ਰੱਬ ਦੀ ਗੱਲ ਤੇ ਯਕੀਨ ਕੀਤਾ ਤਾਂ ਪ੍ਰਮਾਤਮਾ ਨੇ ਉਹਨਾਂ ਦਾ ਵਿਸ਼ਵਾਸ ਦੇਖਦਿਆਂ ਹੋਇਆਂ ਉਹਨਾਂ ਪੱਥਰਾਂ ਨੂੰ ਵੀ
ਹੀਰੇ ਬਣਾ ਦਿੱਤਾ, ਕਿਉਂਕਿ ਇਹ ਉਹਦੀ ਰਹਿਮਤ ਹੈ। ਉਹ ਚਾਹੇ ਤਾਂ ਪੱਥਰ ਨੂੰ ਵੀ ਹੀਰਾ ਬਣਾ ਦੇਵੇ, ਲਾਲ ਬਣਾ ਦੇਵੇ। ਜਿੱਦਾਂ ਇੱਕ ਮੂਰਤੀਕਾਰ ਸਧਾਰਨ ਪੱਥਰ ਨੂੰ ਘੜ ਕੇ ਇਦਾਂ ਦੀ ਮੂਰਤੀ ਬਣਾ ਦਿੰਦਾ, ਉਹਦੀ ਕੀਮਤ ਪੈ ਜਾਂਦੀ ਹੈ। ਤਾਂ ਜਦੋਂ ਉਹਦੀ ਰਹਿਮਤ ਦੀ ਨਜ਼ਰ ਹੋ ਜਾਂਦੀ ਹੈ ਤਾਂ ਉਹ ਵੀ ਤਾਂ ਫਿਰ ਕੱਖਾਂ ਤੋਂ ਲੱਖਾਂ ਦਾ ਬਣਾ ਦਿੰਦਾ ਹੈ। ਹੁਣ ਜ਼ਰਾ ਸਮਝਣਾ, ਇਸੇ ਤਰ੍ਹਾਂ ਜਿਹੜੇ ਇਨਸਾਨ ਆਪਣੇ ਰੱਬ ਦੀ ਰਹਿਮਤ ਤੇ ਵਿਸ਼ਵਾਸ ਕਰਦੇ ਆ, ਯਕੀਨ ਕਰਦੇ ਕਿ ਹਾਂ ਮੈਨੂੰ ਯਕੀਨ ਹੈ, ਜਿੱਦਾਂ ਤੁਹਾਨੂੰ ਦੱਸਿਆ, ਤੁਸੀਂ ਵੀ ਮੌਕਾ ਲੈਣ ਵਾਸਤੇ ਮਾਲਕ ਦੇ ਚਰਨਾਂ 'ਚ ਆ ਗਏ। ਤਾਂ ਕਈ ਹੋਣਗੇ ਘਰਾਂ 'ਚ ਬੈਠੇ ਮਜ਼ਾਕ ਉਡਾਉਂਦੇ ਹੋਣਗੇ, ਲੈ ਕਿੱਥੇ ਸਤਸੰਗ 'ਚ ਤੁਰੇ ਆ, ਕਿੱਥੇ ਦਰਬਾਰ 'ਚ ਚਲੇ ਜਾਂਦੇ ਆ, ਉੱਥੇ ਕੀ ਮਿਲਣਾ ਹੈ। ਹੁਣ ਐਸੇ ਇਨਸਾਨ ਬਾਅਦ ਵਿੱਚ ਪਛਤਾਉਂਦੇ ਐ, ਕਿਉਂਕਿ ਜਦੋਂ ਪਤਾ ਲੱਗਦਾ ਹੈ ਕਿ ਅਸੀਂ ਤਾਂ ਉਹੀ ਇਕੱਠਾ ਕਰਦੇ ਰਹਿ ਗਏ ਜੋ ਦੁਨੀਆ ਦਾ ਕੂੜ ਸੀ, ਹੀਰੇ ਮੋਤੀ ਲਾਲ ਤਾਂ ਸਤਸੰਗ ਵਿੱਚ ਜਾਣ ਵਾਲੇ ਲੈ ਗਏ, ਉਹ ਮਾਲਕ ਦੇ ਪਿਆਰੇ ਲੈ ਗਏ ਜੋ ਮਾਲਕ ਦੇ ਚਰਨਾਂ 'ਚ ਵਿਸ਼ਵਾਸ ਨਾਲ ਗਏ ਸੀ। ਇਸ ਲਈ ਇੱਕ ਛੋਟੀ ਜਿਹੀ ਹਾਂ ਇਨਸਾਨ ਦੀ ਜ਼ਿੰਦਗੀ ਨੂੰ, ਹਾਂ ਜਾਂ ਨਾ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਹੈ। ਜਿਨ੍ਹਾਂ ਬੰਜਾਰਿਆਂ ਨੇ ਹਾਂ ਕੀਤੀ ਸੀ, ਵਿਸ਼ਵਾਸ ਕੀਤਾ, ਉਹਨਾਂ ਦੀ ਜ਼ਿੰਦਗੀ 'ਚ ਉਹ ਲਾਲ ਆ ਗਏ ਕਿ ਉਹਨਾਂ ਦੀ ਦਰ ਦੀ ਭਟਕਣਾ ਖਤਮ ਹੋ ਗਈ। ਤਾਂ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ, ਮੌਕਾ ਤਾਂ ਉਹਨਾਂ ਨੂੰ ਵੀ ਮਿਲਿਆ ਸੀ, ਪਰ ਉਹਨਾਂ ਨੇ ਮੌਕੇ ਨੂੰ ਸੰਭਾਲਿਆ ਨਹੀਂ, ਕਿਉਂਕਿ ਉਹਨਾਂ ਨੂੰ ਰੱਬ ਦੀ ਬਾਣੀ ਤੇ ਵਿਸ਼ਵਾਸ ਹੀ ਨਹੀਂ ਸੀ। ਇਸ ਲਈ ਉਹ ਅੱਜ ਵੀ ਦਰ ਧੱਕੇ ਖਾ ਰਹੇ। ਇਸ ਲਈ ਸਵੇਰ ਨੂੰ ਫਕੀਰਾਂ ਨੇ ਕਿਹਾ, ਜਿਹੜੇ ਰੋਣ ਵਾਲੇ ਸੀ ਉਹਨਾਂ 'ਚ ਮੁਖੀਆ ਵੀ ਸੀ। ਫਕੀਰ ਕਹਿੰਦੇ, ਕਿਉਂ ਮੁਖੀਆ ਜੀ? ਤੁਸੀਂ ਕਹਿੰਦੇ ਰੱਬ ਨੇ ਮੈਨੂੰ ਕਦੀ ਮੌਕਾ ਨਹੀਂ ਦਿੱਤਾ, ਜੇ ਰੱਬ ਮੈਨੂੰ ਮੌਕਾ ਦਿੰਦਾ ਤਾਂ ਮੈਂ ਜ਼ਰੂਰ ਮੌਕਾ ਸੰਭਾਲਣਾ ਸੀ। ਤਾਂ ਕਹਿੰਦੇ ਅੱਜ ਦੇਖ ਲਓ, ਰੱਬ ਨੇ ਮੌਕਾ ਦਿੱਤਾ ਸੀ, ਤੁਹਾਡੇ ਕੁਝ ਸਾਥੀਆਂ ਨੇ ਮੌਕੇ ਨੂੰ ਸੰਭਾਲ ਲਿਆ ਤਾਂ ਅੱਜ ਸਭ ਕੁਝ ਲੈ ਗਏ। ਤਾਂ ਤੁਹਾਡੇ ਕੁਝ ਸਾਥੀ ਜਿਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਸੀ, ਉਹ ਖਾਲੀ ਦੇ ਖਾਲੀ ਰਹਿ ਗਏ। ਇਸ ਲਈ ਹੁਣ ਤੁਹਾਨੂੰ ਵੀ ਇਹੀ ਗੱਲ ਕਵਾਂਗੇ ਕਿ ਇਹ ਸ਼ਬਦ ਜਿਹੜੇ ਹੈ ਨਾ, ਇਹਨਾਂ 'ਚ ਬੜੀ ਤਾਕਤ ਹੈ। ਜਿਹਦਾ मालिक ने शब्दों में बड़ी ताकत होती है, एक छोटी सी हाँ या ना तुम्हारी जिंदगी बदल सकती है। इसलिए देख लेना कि जिथे तुहानू लगे गल सही है, विश्वास की गल है, प्रेम की गल है, वो मालिक दे घर की गल है, उत्थे सदा हाँ करो, यकीन करो, अपने रब दी रहमतां ते यकीन करो। तो जिथे गल आवे नशियां दी, बुराइयां दी, कोई कहे ना बुरा कर्म करना है, कोई नशा करना है, कोई पाप कर्म करना है, तो उत्थे सदा ना करो, क्योंकि ये छोटी ही हाँ और ना अगर ਇਹਦਾ सही जगह इस्तेमाल करना ਤੁਹਾਨੂੰ आ जाता है तो ਤੁਹਾਡੀ पूरी जिंदगी ही बदल जाती है। ਜਿੱਦਾਂ ਤੁਸੀਂ ਵਿਸ਼ਵਾਸ ਕੀਤਾ ਤਾਂ ਇਦਾਂ ਦੇ ਮਾਹੌਲ ਵਿੱਚ ਵੀ ਤੁਸੀਂ ਮਾਲਕ ਦੇ ਚਰਨਾਂ 'ਚ ਆ ਗਏ। ਤਾਂ ਤੁਹਾਨੂੰ ਇਹ ਵੀ ਕਹਿ ਦੇਣਾ ਚਾਹਾਂਗੇ ਅਸੀਂ ਕਿ ਹੁਣ ਤੁਸੀਂ ਵੀ ਵਿਸ਼ਵਾਸ ਕਰੋ ਕਿ ਤੁਸੀਂ ਵੀ ਉਹ ਅਨਮੋਲ ਲਾਲ ਲੈ ਕੇ ਜਾਣੇ ਹੈ, ਉਹ ਅਨਮੋਲ ਹੀਰੇ ਰਤਨ ਲੈ ਕੇ ਜਾਣੇ ਹੈ ਗਿਆਨ ਦੇ, ਜਿਨ੍ਹਾਂ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਾ। ਜਿਹੜੇ ਘਰਾਂ 'ਚ ਬੈਠੇ ਹੈ, ਜਿਹੜੇ ਘਰਾਂ 'ਚ ਬੈਠੇ ਉਹ ਖਾਲੀ, ਤਾਂ ਤੁਸੀਂ ਮਾਲਕ ਦੇ ਘਰ 'ਚ ਆ ਗਏ ਹੋ, ਤਾਂ ਤੁਸੀਂ ਦੇਖੋ ਅੱਜ ਕੀ ਕੁਝ ਲੈ ਜਾਣਾ ਹੈ। ਇਸ ਲਈ ਇਹ ਯਕੀਨ, ਇਹ ਵਿਸ਼ਵਾਸ ਆਪਣੇ ਅੰਦਰ ਰੱਖਣਾ ਹੈ, ਤਾਂ ਫਿਰ ਹੀ ਸਾਡੀ ਜੀਵਨ 'ਚ ਬਦਲਾਵ ਆਏਗਾ।